सतगुर की जिसनु मत आवे सो सतगुर माहि समाना। एह बाणी जो जियो जाने तिस अंतर रवै हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै। परतख गुरु निस्तारे। बाणी बिरलो विचारसी जे को गुरमुख होए। एह बाणी महापुरख की निज कर वासा होए। कानड़ा महल्ला पंजवा। अवलोकन राम को मुखार बिंद। खोजत खोजत रतन पायो। बिसरी सब चिंद रहा। चरण कमल हृदय तार। उतरिया दुख मंद। राज तन परवार मेरा। सर्ब सो गोविंद। साध संगम लाभ पायो। नानक फिर ना मरंद। राज तन परवार मेरा। सर्ब सो गोविंद। साध संगम लाभ पायो। नानक फिर न मरंद। वाहिगुरु जी का खालसा वाहिगुरु जी की फतेह। इस पावन शब्द दी विचार भाई बलदेव सिंह जी हट ग्रंथी
ਗੁਰਦੁਆਰਾ ਨਾਨਕ ਪਿਆਓ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਦਲ ਪੰਜਣ ਸੂਰਮੇ ਗੁਰੂ ਵੱਡੇ ਯੋਧੇ, ਪਰ ਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ 6 ਜੂਨ ਨੂੰ ਹੈ। 8 ਜੂਨ ਤੋਂ ਅਕਾਲ ਪੁਰਖ ਨੇ ਗੁਰੂ ਸਾਹਿਬਾਨਾਂ ਨੇ ਜੋ ਸਾਡੀਆਂ ਬੇਨਤੀਆਂ ਅਰਦਾਸਾਂ ਸੁਣੀਆਂ ਨੇ ਕਿ ਆਪਣੇ ਪਾਵਨ ਗੁਰਧਾਮਾਂ ਦੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਣੇ ਹਨ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਆਓ ਸਤਿਗੁਰਾਂ ਦਾ ਸ਼ੁਕਰਾਨਾ ਕਰੀਏ, ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਕਰੋਨੇ ਦੀ ਮਹਾਮਾਰੀ ਬਹੁਤ ਮਾੜੀ ਹੈ। ਆਪਣੇ ਨਾਲ ਪਰਸ ਲੈ ਕੇ ਵੱਡੇ ਵੱਡੇ ਝੋਲੇ ਬੈਗ ਲੈ ਕੇ ਆਉਣ ਦੀ ਕੋਈ ਵੀ ਖੇਚਲ ਨਾ ਕਰੇ, ਕਿਉਂਕਿ ਥਾਂ ਥਾਂ ਤੇ ਸਾਨੂੰ ਫਿਰ ਮੁੜ ਕੇ ਸੈਨੀਟਾਈਜ਼ ਕਰਨਾ ਪੈਂਦਾ ਹੈ। ਥਾਂ ਥਾਂ ਤੇ ਮੱਥਾ ਨਾ ਟੇਕੋ, ਪੌੜੀਆਂ ਤੇ ਪੱਥਰਾਂ ਤੇ ਰੇਲਾਂ ਤੇ ਹੱਥ ਨਾ ਲਾਓ। ਇਹ ਇੱਕ ਦੂਜੇ ਵਾਸਤੇ ਮਹਾਮਾਰੀ ਦਾ ਬਹੁਤ ਵੱਡਾ ਕਾਰਨ ਬਣ ਸਕਦਾ ਹੈ। ਜੇ ਤੁਸੀਂ ਚਾਹੁੰਦੇ ਹੋ ਸਰਬੱਤ ਦਾ ਭਲਾ, ਤੇ ਉਹਦੇ ਵਿੱਚ ਇਹ ਵੀ ਇੱਕ ਭਲਾ ਹੈ ਕਿ ਮੈਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ, ਮੇਰੇ ਕਰਕੇ ਇਹ ਬਿਮਾਰੀ ਕਿਸੇ ਦੂਜੇ ਨੂੰ ਨਾ ਚਲੀ ਜਾਏ। ਨਿਕਰਾਂ ਪਾ ਕੇ ਪਿੱਛੇ ਗੁੱਤਾਂ ਕਰਕੇ ਪਾਟੀਆਂ ਪੈਂਟਾਂ ਪਾ ਕੇ ਗੁਰਦੁਆਰੇ ਆਉਣ ਦੀ ਕੋਈ ਸੱਜਣ ਖੇਚਲ ਨਾ ਕਰੇ। ਆਓ ਸਿੱਖੀ ਦਾ ਮਜ਼ਾਕ ਨਾ ਕਰੀਏ, ਸ਼ਰਧਾਲੂ ਬਣ ਕੇ ਆਓ, ਸੇਵਕ ਬਣ ਕੇ ਆਓ, ਬਾਣੀ ਪੜ੍ਹਦੇ ਆਓ, ਮਨ ਵਿੱਚ ਆਸਥਾ ਲੈ ਕੇ ਸ਼ਰਧਾ ਵਿਸ਼ਵਾਸ ਲੈ ਕੇ ਆਓ, ਝੋਲੀਆਂ ਭਰ ਕੇ ਲੈ ਜਾਓਗੇ। ਸਿੱਖੀ ਦਾ ਮਜ਼ਾਕ ਨਾ ਬਣਾਈਏ। ਜੇ ਸੱਚੇ ਪਾਤਸ਼ਾਹ ਨੇ ਸਿੱਖੀ ਬਖਸ਼ੀ ਹੈ ਤੇ ਅੱਜ ਸਿੱਖੀ ਦੇ ਸਵੈਮਾਨ ਦਾ ਸਮਾਂ ਹੈ। ਸਾਰੀ ਦੁਨੀਆ ਨੂੰ ਸਿੱਖੀ ਤੇ ਪ੍ਰਾਊਡ ਹੈ, ਤੇ ਆਪਾਂ ਨੂੰ ਕਿਉਂ ਨਹੀਂ ਹੈ? ਜੇ ਅਸੀਂ ਸਿੱਖੀ ਤੇ ਪ੍ਰਾਊਡ ਨਹੀਂ ਕਰਾਂਗੇ, ਮਾਣ ਨਹੀਂ ਕਰਾਂਗੇ, ਤਾਂ ਚੇਤਾ ਰੱਖਣਾ ਕੱਲ ਨੂੰ ਸਿੱਖ ਵੀ ਸਾਡੇ ਤੇ ਮਾਣ ਨਹੀਂ ਕਰਨਗੇ। ਉਸੇ ਸਿੱਖ ਦੀ ਸਿੱਖੀ ਤੇ ਮਾਣ ਹੈ ਜਿਹਨੂੰ ਆਪ ਨੂੰ ਗੁਰੂ ਨਾਨਕ ਦੀ ਸਿੱਖੀ ਤੇ ਮਾਣ ਹੈ। ਸੋ ਇਸ ਕਰਕੇ ਮੇਰੀ ਅਰਦਾਸ ਬੇਨਤੀ ਕਿ ਹੇ ਅਕਾਲ ਪੁਰਖ, ਤੁਸੀਂ ਬੜੀ ਕਿਰਪਾ ਕੀਤੀ ਹੈ, ਸਾਡੀਆਂ ਅਰਦਾਸਾਂ ਬੇਨਤੀਆਂ ਸੁਣੀਆਂ ਨੇ। ਸੋ ਆਪਾਂ ਵੀ ਗੁਰੂ ਨਾਲ ਵਾਅਦਾ ਕਰੀਏ ਕਿ ਸੱਚੇ ਪਾਤਸ਼ਾਹ, ਅਸੀਂ ਸਰਬੱਤ ਦੇ ਭਲੇ ਵਾਸਤੇ ਉਹ ਸਾਰੀਆਂ ਗੱਲਾਂ ਕਰਾਂਗੇ ਜਿਹੜੀਆਂ ਅੱਜ ਮਨੁੱਖ ਮਾਤਰ ਵਾਸਤੇ ਜ਼ਰੂਰੀ ਨੇ। ਕਰੋਨੇ ਦੀ ਇਸ ਮਹਾਮਾਰੀ ਦੇ ਵਿੱਚ ਜਿੱਥੇ ਆਪ ਸੰਗਤਾਂ ਨੇ ਲੰਗਰ ਦੀਆਂ ਬਹੁਤ ਵੱਡੀਆਂ ਸੇਵਾਵਾਂ ਚਲਾਈਆਂ ਨੇ, ਅੱਜ 10 ਵਜੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੋ ਲੰਗਰ ਔਨ ਵੀਲ ਦੀਆਂ ਤਕਰੀਬਨ 15 ਗੱਡੀਆਂ ਚਾਲੂ ਹੋਣਗੀਆਂ। ਇਹ ਅਗਲੇ 6 ਮਹੀਨੇ ਵਾਸਤੇ ਜਿੱਥੇ ਜਿੱਥੇ ਵੀ ਕੋਈ ਲੋੜਵੰਦ ਹੋਏਗਾ, ਭੁੱਖਾ ਹੋਏਗਾ, ਗੁਰਦੁਆਰੇ ਦੀ ਗੱਡੀ ਆਪ ਜਾ ਕੇ ਉੱਥੇ ਲੰਗਰ ਸਰਵ ਕਰੇਗੀ, ਆਪ ਜਾ ਕੇ ਲੰਗਰ ਵਰਤਾਏਗੀ। ਆਓ ਇਹਨਾਂ ਸੇਵਾਵਾਂ ਦੇ ਵਿੱਚ ਆਪਣਾ ਹਿੱਸਾ ਪਾਈਏ। ਲੰਗਰ ਛਕਾਉਣਾ ਸਿੱਖੀ ਦਾ ਸਿਧਾਂਤ ਹੈ। ਇਸ ਕਰਕੇ ਭਾਈ ਇਹਨਾਂ ਸੇਵਾਵਾਂ ਨੂੰ ਜੇ ਅੱਜ ਤੁਸੀਂ ਨਿਭਾਇਆ ਤੇ ਤੁਹਾਡੇ ਸਾਹਮਣੇ ਹੈ, ਦੁਨੀਆ ਦੇ ਵਿੱਚ ਸਿੱਖੀ ਦੀ ਜੈ ਜੈਕਾਰ ਹੋਈ ਹੈ। ਸੋ ਇਹਦੇ ਵਿੱਚ ਆਪਣੀ ਸੇਵਾ ਜ਼ਰੂਰ ਭੇਜੋ। ਗੁਰਦੁਆਰਾ ਬੰਗਲਾ ਸਾਹਿਬ ਦੀ ਜਿਹੜੀ ਕਿਚਨ ਹੈ ਉਹਨੂੰ
अज दे समय के मुताबिक खानी बनाया जा रहा है। नवीं कुकिंग वास्ते पकाउण वास्ते मशीनां लगणगियां। दूनी तीनी इहदी कैपेसिटी वधेगी कि 2-3 टाइम ज़्यादा लंगर तैयार होवेगा। उन्ने समय विच लंगर अस्थान नूं सोहना बनाया जा रहा है। इस तरह सीसगंज साहब नूं सोहना बनाया जा रहा है। उन्ने समय वास्ते लंगर पकाउण दी जिहड़ी व्यवस्था है वो गुरुद्वारा रकाबगंज साहब शिफ्ट की जा रही है। सो गुरु के एक सेवक परिवार ने गुरुद्वारा बंगला साहब जी की सेवा लई है कि एक कोई परिवार जिहड़ा है वो ये सारी सेवा करेगा। ये सेवा कई करोड़ों में होनी है, सस्ती नहीं, थोड़ी नहीं है। सो सीसगंज साहब की सेवा भी आप जी लै सकते हो। अगले समय वास्ते आप जी भाई बलदेव सिंह जी हेड ग्रंथी साहब जी पासों गुरबाणी की विचार सरवण करो। वाहिगुरू जी का खालसा, वाहिगुरू जी की फतेह। वाह सतनाम वाहिगुरू जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। जेता जियो पिंड सब तेरा तू अंतर जामी पुरख भगवान। दासन दास कहे जन नानक जेहा तू कराहे तेहा हूँ करे वख्यान। बेशुमार अथा अगनत अतुल ज्यों बुलावो त्यों नानक दास बोले। ग्यारह जहूर हाजरा हजूर सर्ब कला भरपूर चवर छतर तखत दे मालक दसां पातशाहियां दी जोत जुगो जुग अटल। धन धन साहिब श्री गुरु ग्रंथ साहिब जी दी पवित्र पावन हजूरी अंदर विराजमान परम सन्मान योग गुरु प्यारी साध संगत जी फतेह बुलाओ। वाहिगुरू जी का खालसा, वाहिगुरू जी की फतेह। बड़े ही प्यार सत्कार दे नाल गुरु घर दे कीर्तनीए भाई निर्मल सिंह जी खालसा आप जी नूं आसा दी वार दा कीर्तन सरवण करा रहे सन। हुण समा होया है लड़ीवार गुरशबद दी विचार कथा दा। इस पावन स्थान दे हैड ग्रंथी साहिब सत्कारयोग सिंह साहिब ज्ञानी रणजीत सिंह जी पासों आप जी ने पावन शब्द सरवण किया है। ये पावन शब्द कानड़ा राग दे विच पंजवें पातशाह शहीदां दे सरताज शांति दे पुंज सहनशीलता दे मालक धन श्री गुरु अर्जन देव महाराज जी का उचारिया होया कानड़ा राग दे विच श्री गुरु ग्रंथ साहिब महाराज जी दे पावन अंग 1304 दे उत्ते सुभाएमान है। सतगुरु जी जो उपदेश दे रहे हैं पावन शब्द नाल जुड़ के गुरु साहिब जी के उपदेश नूं अपने हिरदियां विच वसाइए। मन बिरतियां एकागर करो, ध्यान गुरु चरनां विच जोड़ो। एक बार उचारण करो जी सतनाम वाहिगुरू जी। कानड़ा महला पंजवां। अवलोकों राम को मुखार बिंद खोजत खोजत रतन पायो बिसरी सब चिंद रहाओ।
ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ ਕਿ ਮੈਂ ਉਸ ਪਰਮਾਤਮਾ ਨੂੰ ਸਦਾ ਹੀ ਵੇਖਦਾ ਰਵਾਂ। ਪਰਮਾਤਮਾ ਦਾ ਜੋ ਮੁਖ ਹੈ, ਮੁਖਾਰ ਬਿੰਦ ਤੋਂ ਭਾਵ ਹੈ ਮੁਖ ਅਰ ਬਿੰਦ, ਦੋ ਸ਼ਬਦਾਂ ਨੂੰ ਮਿਲਾ ਕੇ ਇਹ ਸ਼ਬਦ ਬਣਿਆ। ਅਰਬਿੰਦ ਕਹਿੰਦੇ ਨੇ ਕਮਲ ਦੇ ਫੁੱਲ ਨੂੰ। ਕਮਲ ਦੇ ਫੁੱਲ ਵਰਗਾ ਸੁੰਦਰ ਮੁਖੜਾ ਮੈਂ ਦੇਖਦਾ ਰਵਾਂ, ਇਹ ਮੇਰੀ ਤਾਂਘ ਹੈ, ਕਿਉਂਕਿ ਮੈਂ ਜਿੱਧਰ ਵੀ ਵੇਖਦਾ ਮੈਨੂੰ ਪਰਮਾਤਮਾ ਦਿਸਦਾ। ਇਹ ਅਵਸਥਾ ਹੈ ਜਿੱਥੇ ਪਹੁੰਚ ਕੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਕੇਵਲ ਆਪਣੇ ਪਰਿਵਾਰ ਵਿੱਚ ਨਹੀਂ, ਆਪਣੇ ਵਿੱਚ ਨਹੀਂ, ਆਪਣੇ ਦੋਸਤਾਂ ਮਿੱਤਰਾਂ ਵਿੱਚ ਹੀ ਨਹੀਂ, ਸਾਰੇ ਸੰਸਾਰ ਵਿੱਚ ਪਰਮਾਤਮਾ ਦਿਸਦਾ ਹੈ। ਜਿਸ ਨੂੰ ਗੁਰਬਾਣੀ ਦੇ ਵਿੱਚ ਆਖਿਆ ਗਿਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਉਸ ਪਰਮਾਤਮਾ ਦਾ ਅੰਤ ਨਹੀਂ ਪੈ ਸਕਦਾ, ਪਰ ਹੈ ਉਹ ਸਰਬ ਵਿਆਪਕ। ਉਹ ਪਰਮਾਤਮਾ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਉਹ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਉਹ ਪਰਮਾਤਮਾ ਹਰ ਇੱਕ ਥਾਂ ਦੇ ਉੱਤੇ ਹੈ ਤੇ ਮੇਰਾ ਦਿਲ ਕਰਦਾ ਹੈ ਮੈਂ ਉਸ ਨੂੰ ਵੇਖਦਾ ਰਵਾਂ, ਉਹਦੇ ਦੀਦਾਰ ਕਰਦਾ ਰਵਾਂ। ਜਿਸ ਦੇ ਬਾਰੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਭ ਤੋਂ ਪਹਿਲਾਂ ਉਚਾਰਨ ਕੀਤਾ, ਇੱਕ ਓੰਕਾਰ। ਓੰਕਾਰ ਕਹਿੰਦੇ ਨੇ ਪਰਮਾਤਮਾ ਨੂੰ। ਪਰਮਾਤਮਾ ਇੱਕ ਹੈ, ਕੇਵਲ ਤੇ ਕੇਵਲ ਇੱਕ ਹੈ। ਅੱਗੇ ਫਿਰ ਆਖਦੇ ਨੇ ਸਤਨਾਮ, ਉਹਦਾ ਨਾਮ ਸਦੀਵੀ ਹੋਂਦ ਵਾਲਾ ਹੈ, ਸਦਾ ਰਹਿਣ ਵਾਲਾ। ਕਰਤਾ, ਉਹ ਸੰਸਾਰ ਨੂੰ ਬਣਾਉਣ ਵਾਲਾ ਹੈ। ਕੇਵਲ ਬਣਾਉਣ ਵਾਲਾ ਹੀ ਨਹੀਂ, ਉਹ ਸੰਸਾਰ ਦੇ ਵਿੱਚ ਵਿਆਪਕ ਵੀ ਹੈ, ਸੰਸਾਰ ਦੇ ਵਿੱਚ ਰਮਿਆ ਵੀ ਹੋਇਆ ਹੈ। ਰਾਮ ਕੋ ਮੁਖਾਰ ਬਿੰਦ, ਜੇ ਰਾਮ ਕਿਹਾ ਪਰਮਾਤਮਾ ਨੂੰ, ਇਹਦਾ ਭਾਵ ਹੈ ਜਿਹੜਾ ਰਮਿਆ ਹੋਇਆ ਹੈ। ਇੱਕ ਰਾਮ ਸ਼ਬਦ ਅਕਾਲ ਪੁਰਖ ਵਾਸਤੇ ਆਇਆ ਹੈ ਗੁਰਬਾਣੀ ਦੇ ਵਿੱਚ। ਇੱਕ ਰਾਮ ਸ਼ਬਦ ਦਸ਼ਰਥ ਜੀ ਦੇ ਸਪੁੱਤਰ ਰਾਮ ਜੀ ਵਾਸਤੇ ਆਇਆ ਹੈ। ਇੱਥੇ ਅਕਾਲ ਪੁਰਖ ਦੀ ਗੱਲ ਕੀਤੀ ਗਈ ਹੈ ਕਿ ਮੈਂ ਉਸ ਰਾਮ ਦੇ ਰਮੇ ਹੋਏ ਪ੍ਰਭੂ ਦੇ, ਅਕਾਲ ਪੁਰਖ ਦੇ ਦੀਦਾਰ ਕਰਦਾ ਰਵਾਂ, ਜਿਹੜਾ ਕਰਤਾ ਵੀ ਹੈ, ਸੰਸਾਰ ਨੂੰ ਬਣਾਉਣ ਵਾਲਾ ਵੀ ਹੈ ਤੇ ਸੰਸਾਰ ਦੇ ਵਿੱਚ ਵਿਆਪਕ ਵੀ ਹੈ। ਕਰਤਾ ਵੀ ਹੈ ਤੇ ਪੁਰਖ ਵੀ ਹੈ। ਨਿਰਭਉ ਨਿਰਵੈਰ, ਜਿਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ, ਜਿਹਦਾ ਕਿਸੇ ਦੇ ਨਾਲ ਵੈਰ ਨਹੀਂ ਹੈ। ਅਕਾਲ ਮੂਰਤ, ਮੌਤ ਦੇ ਪ੍ਰਭਾਵ ਤੋਂ ਉੱਤੇ ਹੈ, ਸਗੋਂ ਮੌਤ ਉਹਦੇ ਹੁਕਮ ਵਿੱਚ ਚੱਲਦੀ ਹੈ। ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਸਹਿ ਭੰਗ, ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਤੇ ਐਸਾ ਪਰਮਾਤਮਾ ਜੋ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ, ਗੁਰ ਪ੍ਰਸਾਦ। ਜਿਸ ਪਰਮਾਤਮਾ ਦੇ ਬਾਰੇ ਮੂਲ ਮੰਤਰ ਦੇ ਵਿੱਚ ਦੱਸਿਆ, ਅਖੀਰ ਵਿੱਚ ਕਹਿ ਦਿੱਤਾ, ਜੇ ਉਹਨੂੰ ਪ੍ਰਾਪਤ ਕਰਨਾ ਹੈ, ਜੇ ਉਹਨੂੰ ਪਾਉਣਾ ਹੈ, ਤੇ ਫਿਰ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਜ਼ਰੂਰੀ ਹੈ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਦੀ ਕਿਰਪਾ ਹੋਈ, ਉਹਨਾਂ ਨੇ ਪਰਮਾਤਮਾ ਦੇ ਨਾਲ ਇੱਕ ਮਿਗਤਾ ਹਾਸਲ ਕਰ ਲਈ, ਉਹ ਪ੍ਰਭੂ ਨਾਲ ਮਿਲ ਗਏ। ਉਹਨਾਂ ਦੇ ਅੰਦਰ ਪਰਮਾਤਮਾ ਵਰਗੇ ਗੁਣ ਪੈਦਾ ਹੋ ਗਏ ਤੇ ਮਨੁੱਖ ਨੇ ਕਹਿ ਦਿੱਤਾ ਇਹ ਤੇ ਰੱਬ ਵਰਗਾ ਹੈ, ਜਦੋਂ ਕਿ ਰੱਬ ਵਰਗਾ ਕੇਵਲ ਰੱਬ ਹੀ ਹੈ। ਰੱਬ ਵਰਗਾ ਕੇਵਲ ਰੱਬ ਹੈ,
ਗੁਰੂ ਨਾਨਕ ਦੇਵ ਮਹਾਰਾਜ ਨੂੰ ਇੱਕ ਫਕੀਰ ਨੇ ਸਵਾਲ ਕੀਤਾ ਸੀ, ਉਹ ਕੀ ਹੈ ਜੋ ਰੱਬ ਵੀ ਚਾਹਵੇ ਤੇ ਸੰਭਵ ਨਹੀਂ ਹੋ ਸਕਦਾ? ਤੇ ਜਵਾਬ ਦਿੱਤਾ ਸੀ, ਉਹ ਕੇਵਲ ਤੇ ਕੇਵਲ ਰੱਬ ਹੈ। ਰੱਬ ਵੀ ਚਾਹਵੇ ਤੇ ਦੂਜਾ ਰੱਬ ਨਹੀਂ ਬਣਾ ਸਕਦਾ, ਕਿਉਂਕਿ ਉਹ ਇੱਕ ਓੰਕਾਰ ਹੈ, ਕੇਵਲ ਤੇ ਕੇਵਲ ਇੱਕ ਹੈ। ਉਹ ਜੋ ਇੱਕ ਪਰਮਾਤਮਾ ਹੈ ਉਹ ਸਰਬ ਵਿਆਪਕ ਹੈ, ਹਰ ਦੇ ਨਾਲ ਹੈ, ਹਰ ਇੱਕ ਦੇ ਅੰਦਰ ਹੈ। ਜਿਸ ਤਰ੍ਹਾਂ ਦੁੱਧ ਦੇ ਵਿੱਚ ਘਿਓ ਸਮਾਇਆ ਹੁੰਦਾ ਹੈ, ਇਸੇ ਤਰ੍ਹਾਂ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਹੈ, ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈ। ਤੇ ਮੇਰਾ ਦਿਲ ਕਰਦਾ ਹੈ ਮੈਂ ਉਸ ਪਰਮਾਤਮਾ ਨੂੰ ਵੇਖਾਂ, ਉਹਦੇ ਦੀਦਾਰ ਕਰਾਂ, ਉਸ ਪਰਮਾਤਮਾ ਦੇ ਮੈਂ ਦਰਸ਼ਨ ਕਰਾਂ, ਉਹਦੇ ਮੁਖ ਨੂੰ ਵੇਖਦਾ ਰਵਾਂ। ਤੁਸੀਂ ਨਰਸਰੀ ਦੇ ਵਿੱਚ ਜਾਓ ਤੇ ਕਈ ਐਸੇ ਪੌਦੇ ਤੁਹਾਨੂੰ ਮਿਲਣਗੇ ਜਿਨ੍ਹਾਂ ਦੀ ਜੜ ਕੱਟ ਕੇ ਤੇ ਉਹਨਾਂ ਨੂੰ ਬੌਣੇ ਰੱਖਿਆ ਜਾਂਦਾ ਹੈ। ਜੜ ਕੱਟ ਦਿੱਤੀ ਜਾਂਦੀ, ਮੂਲ ਕੱਟ ਦਿੱਤਾ ਜਾਂਦਾ ਹੈ, ਛੋਟੀਆਂ ਛੋਟੀਆਂ ਜੜ੍ਹਾਂ ਰਹਿਣ ਦਿੱਤੀਆਂ ਜਾਂਦੀਆਂ ਤੇ ਬੌਣੇ ਰਹਿ ਜਾਂਦੇ ਨੇ, ਆਕਾਰ ਨਹੀਂ ਵੱਧਦਾ, ਵੱਧਦੇ ਫੁੱਲਦੇ ਨਹੀਂ। ਹੇ ਮਨੁੱਖ, ਤੇਰਾ ਮੂਲ ਹੈ ਪਰਮਾਤਮਾ, ਤੇ ਜੇ ਤੂੰ ਪਰਮਾਤਮਾ ਮੂਲ ਦੇ ਨਾਲੋਂ ਟੁੱਟ ਗਿਆ ਤੇ ਤੇਰਾ ਵੀ ਆਤਮਿਕ ਵਿਕਾਸ ਨਹੀਂ ਹੋਏਗਾ। ਆਤਮਿਕ ਤੌਰ ਤੇ ਵਧਣਾ ਫੁੱਲਣਾ ਤੇਰਾ ਬੰਦ ਹੋ ਜਾਏਗਾ। ਜੇ ਚਾਹੁੰਦਾ ਹੈ ਕਿ ਆਤਮਿਕ ਤੌਰ ਤੇ ਤੂੰ ਤਰੱਕੀ ਕਰੇ ਤੇ ਫਿਰ ਇੱਕ ਮੂਲ ਦੇ ਨਾਲ ਜੁੜ ਜਾ, ਤੇਰਾ ਆਤਮਿਕ ਜੀਵਨ ਪਲਰੇਗਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਇੱਕ ਪਰਮਾਤਮਾ ਦੇ ਨਾਲ ਜੋੜਿਆ, ਜਿਹਦੇ ਦੀਦਾਰ ਵਾਸਤੇ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਸਦਾ ਹੀ ਉਸ ਪਰਮਾਤਮਾ ਨੂੰ ਵੇਖਦਾ ਰਵਾਂ। ਆ ਜਿਹੜਾ ਸਮਾਂ ਪਿੱਛੇ ਲੰਘ ਕੇ ਗਿਆ ਹੈ, ਕਿਸਾਨ ਕੀ ਕਰਦਾ ਹੈ, ਖੇਤੀ ਕੱਟਦਾ ਹੈ ਤੇ ਫੱਕੀ ਤੂੜੀ ਵੱਖ ਹੋ ਜਾਂਦੀ ਤੇ ਦਾਣੇ ਵੱਖ ਹੋ ਜਾਂਦੇ ਨੇ। ਉਹਨਾਂ ਦਾਣਿਆਂ ਨੂੰ ਘਰ ਲੈ ਆਉਂਦਾ। ਅੱਜ ਦੇ ਸਮੇਂ ਵਿੱਚ ਬੜੀਆਂ ਦਵਾਈਆਂ ਚੱਲ ਪਈਆਂ, ਜ਼ਹਿਰੀਲੀਆਂ ਦਵਾਈਆਂ, ਉਹ ਅਸੀਂ ਦਾਣਿਆਂ ਵਿੱਚ ਰੱਖੀਆਂ ਕਿ ਇਹਨਾਂ ਨੂੰ ਕੀੜਾ ਨਾ ਲੱਗੇ। ਪਰ ਉਹਨਾਂ ਸਮਿਆਂ ਵਿੱਚ ਉਹਨਾਂ ਦਾਣਿਆਂ ਨੂੰ ਉਸ ਤੂੜੀ ਵਿੱਚ, ਫੱਕੀ ਵਿੱਚ ਹੀ ਲੁਕਾ ਦਿੱਤਾ ਜਾਂਦਾ ਸੀ, ਜਿਹੜੇ ਸਾਰਾ ਸਾਲ ਵਰਤਨੇ ਹੁੰਦੇ ਸਨ। ਤੇ ਜਦੋਂ ਜਿਸ ਮੂਲ ਨਾਲੋਂ ਉਹ ਵਿਸਰੇ ਉਹਦੇ ਵਿੱਚ ਹੀ ਰਲ ਜਾਂਦੇ ਸਨ, ਉਹਨਾਂ ਨੂੰ ਕੀੜਾ ਨਹੀਂ ਸੀ ਲੱਗਦਾ। ਜੇ ਤੂੰ ਆਪਣੇ ਮੂਲ ਦੇ ਨਾਲ ਜੁੜਿਆ ਰਵੇਂ ਮਨੁੱਖ, ਤੈਨੂੰ ਵਿਕਾਰਾਂ ਰੂਪੀ ਕੀੜੇ ਨਹੀਂ ਲੱਗਣਗੇ, ਤੇਰਾ ਜੀਵਨ ਸੋਹਣਾ ਬਣ ਜਾਏਗਾ। ਇਸ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਹਿ ਦਿੱਤਾ ਵੀ ਜਿਸ ਪਰਮਾਤਮਾ ਦੀ ਗੱਲ ਅਸੀਂ ਮੂਲ ਮੰਤਰ ਵਿੱਚ ਕੀਤੀ ਹੈ, ਉਹ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਸਦਾ ਹੀ ਸਦੀਵੀ ਹੋਂਦ ਵਾਲਾ ਹੈ। ਸਿੱਧੇ ਤੌਰ ਤੇ ਕਹਿ ਲਈਏ ਕਿ ਜਦੋਂ ਸੰਸਾਰ ਨਹੀਂ ਸੀ ਉਦੋਂ ਵੀ ਪਰਮਾਤਮਾ ਸੀ, ਤੇ ਹੁਣ ਸੰਸਾਰ ਦੇ ਵਿੱਚ ਮੌਜੂਦ ਹੈ। ਜੇ ਕਿਤੇ ਸੰਸਾਰ ਨਹੀਂ ਵੀ ਹੋਵੇਗਾ ਤੇ ਤਾਂ ਵੀ ਪਰਮਾਤਮਾ ਮੌਜੂਦ ਰਹੇਗਾ, ਕਿਉਂਕਿ ਉਹ ਕਿਤੇੋਂ ਆਇਆ ਨਹੀਂ, ਇਸ ਵਾਸਤੇ ਉਹਨੇ ਕਿਤੇ ਜਾਣਾ ਨਹੀਂ। ਅਸੀਂ ਆਏ ਹਾਂ, ਸਾਨੂੰ ਸਮੇਂ ਅਨੁਸਾਰ ਜਾਣਾ ਪੈਣਾ। ਕੁਝ ਸਾਡੇ ਦੇਖਦਿਆਂ ਦੇਖਦਿਆਂ ਤੁਰ ਗਏ ਤੇ ਕਈਆਂ ਦੇ ਦੇਖਦਿਆਂ ਦੇਖਦਿਆਂ ਅਸੀਂ ਤੁਰ ਜਾਵਾਂਗੇ, ਪਰ ਪਰਮਾਤਮਾ ਸਦੀਵੀ ਹੋਂਦ ਵਾਲਾ ਏ, ਉਹ ਸਦਾ ਹੀ ਰਹੇਗਾ। ਇਸ ਵਾਸਤੇ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭੈ, ਓੰਕਾਰ ਵੇਦ ਨਿਰਮੈ। ਸਭ ਕੁਝ ਪਰਮਾਤਮਾ ਤੋਂ ਹੀ ਬਣਿਆ ਹੈ, ਪਰਮਾਤਮਾ ਤੋਂ ਹੀ ਸਾਰਾ ਕੁਝ ਹੋਂਦ ਵਿੱਚ ਆਇਆ ਹੈ। ਭਗਤ ਨਾਮਦੇਵ ਜੀ ਵੀ ਆਖਦੇ ਨੇ, ਪਹਿਲ ਪੁਰੀਏ ਪੁੰਡਰਕ ਵਨਾ, ਤਾਂ ਚੇ ਹੰਸਾ ਸਗਲੇ ਜਨਾ। ਪਹਿਲ ਪੁਰੀਏ, ਇੱਥੇ ਪੁਰੀਏ ਦਾ ਅਰਥ ਹੈ ਪਹਿਲਾਂ, ਕਿਉਂਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ
ਭਗਤ ਜੀ ਨੇ ਉਚਾਰਨ ਕੀਤਾ, ਪਹਿਲਾਂ ਪਹਿਲ ਜਿਹੜਾ ਸੰਸਾਰ ਬਣਿਆ ਮਾਨੋ ਕੌਲ ਫੁੱਲਾਂ ਦਾ ਖੇਤ ਹੈ। ਇਹ ਸਾਰੇ ਜੀ ਜੰਤ ਇਸ ਖੇਤ ਦੇ ਹੰਸ ਹਨ। ਕ੍ਰਿਸ਼ਨਾ ਤੇ ਜਾਨਉ ਹਰ ਹਰ ਨਚੰਤੀ ਨਾਚਨਾ, ਤੇ ਸਾਰੀ ਲੋਕਾਈ ਨਾਚ ਕਰ ਰਹੀ ਹੈ। ਪ੍ਰਮਾਤਮਾ ਦੀ ਮਾਇਆ ਦੀ ਪ੍ਰੇਰਣਾ ਤੋਂ ਸਮਝੋ। ਪਹਿਲ ਪੁਰਸਾਬਰਾ, ਪਹਿਲਾਂ ਪਹਿਲ ਪਰਮਾਤਮਾ ਜਿਹੜਾ ਸੀ ਉਹ ਪ੍ਰਗਟ ਹੋਇਆ, ਹੋਂਦ ਵਿੱਚ ਸੀ। ਜਦੋਂ ਕੁਝ ਵੀ ਨਹੀਂ ਸੀ ਉਦੋਂ ਪਰਮਾਤਮਾ ਸੀ। ਪੁਰਸ਼ ਕਹਿੰਦੇ ਪਰਮਾਤਮਾ ਨੂੰ, ਆਬਰਾ ਕਹਿੰਦੇ ਨੇ ਪ੍ਰਗਟ ਹੋਣਾ। ਅਥੋਨ ਪ੍ਰਸਾਦਮਰਾ, ਅਥੋਨ ਕਹਿੰਦੇ ਪਿੱਛੋਂ, ਪ੍ਰਸ਼ਾਦ ਅਮਰਾ ਹੁਕਮ ਚਲਾਉਣ ਵਾਲੀ ਮਾਇਆ ਪੈਦਾ ਹੋਈ। ਅਸਗਾ ਅਸ ਉਸਗਾ, ਪਰਮਾਤਮਾ ਦਾ ਤੇ ਮਾਇਆ ਦਾ ਮਿਲਾਪ ਹੋਇਆ। ਹਰ ਕਾ ਬਾਗਰਾ, ਇਹ ਸੰਸਾਰ ਬਣ ਗਿਆ। ਹਰੀ ਦਾ ਸੋਹਣਾ ਬਾਗ। ਨਾਚੈ ਪਿੰਦੀ ਮੈਂ ਸਾਗਰਾ, ਮਾਇਆ ਦੇ ਪ੍ਰਭਾਵ ਵਿੱਚ ਇਦਾਂ ਨੱਚਦਾ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ। ਉਹ ਡੱਕੋ ਡੋਲੇ ਖਾਂਦੀਆਂ ਨਾ, ਬੈਲੈਂਸ ਸਹੀ ਨਹੀਂ ਹੁੰਦਾ। ਇੱਕ ਬੰਨਿਓ ਉਹ ਖਾਲੀ ਹੋ ਕੇ ਖੂਹ ਦੇ ਵਿੱਚ ਜਾਂਦੀਆਂ ਨੇ, ਦੂਜੇ ਬੰਨੋਂ ਭਰ ਕੇ ਆਉਂਦੀਆਂ ਨੇ। ਦੋਵੇਂ ਬੰਨੇ ਬੈਲੈਂਸ ਸਹੀ ਨਾ ਹੋਣ ਕਰਕੇ ਉਹ ਡੱਕੋ ਡੋਲੇ ਖਾਂਦੀਆਂ ਤੇ ਉਹਨਾਂ ਦੇ ਵਿੱਚ ਪਾਣੀ ਨੱਚਦਾ ਹੈ। ਇਸੇ ਤਰ੍ਹਾਂ ਸੰਸਾਰ ਦੇ ਲੋਕ ਨੱਚ ਰਹੇ ਨੇ ਮਾਇਆ ਦੇ ਪ੍ਰਭਾਵ ਥੱਲੇ। ਜਿਨ੍ਹਾਂ ਨੂੰ ਪਰਮਾਤਮਾ ਨੇ ਮਾਇਆ ਦਿੱਤੀ ਤੇ ਨਾਲ ਸਿਆਣਪ ਦਿੱਤੀ, ਉਹਨਾਂ ਨੇ ਦੇਖੋ ਕਰੋਨਾ ਵਰਗੀ ਮਹਾਂਮਾਰੀ ਦੇ ਵਿੱਚ ਜਿੱਥੇ ਦਾਨ ਪੁੰਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ, ਸਦਕੇ ਉਹਨਾਂ ਤੋਂ ਜਿਨ੍ਹਾਂ ਨੇ ਦੇਖਿਆ ਕਿ ਲੋਕਾਈ ਜਿਹੜੀ ਹੈ ਇਹਦੇ ਕੋਲ ਪ੍ਰਸ਼ਾਦਾ ਛਕਣ ਵਾਸਤੇ ਨਹੀਂ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਅਨੇਕਾਂ ਸੰਸਥਾਵਾਂ ਜਿਨ੍ਹਾਂ ਨੇ ਆਪਣੇ ਦਰ ਦਰਵਾਜ਼ੇ ਖੋਲ੍ਹ ਦਿੱਤੇ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਸਮਾਨ ਜਾਣਿਆ ਤੇ ਉਹਨਾਂ ਤੱਕ ਲੰਗਰ ਪਹੁੰਚਾਇਆ ਜਿਹੜੇ ਲੰਗਰ ਨੂੰ ਤਰਸ ਰਹੇ ਸਨ। ਸਦਕੇ ਉਹਨਾਂ ਤੋਂ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ, ਜਿਨ੍ਹਾਂ ਨੇ ਅੱਗੇ ਹੋ ਕੇ ਸੇਵਾ ਕੀਤੀ, ਜਿੰਨੀਆਂ ਵੀ ਸੰਸਥਾਵਾਂ ਨੇ ਸੇਵਾ ਕੀਤੀ, ਉਹਨਾਂ ਸਾਰੀਆਂ ਦੇ ਵਿੱਚੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇਸ ਕਮੇਟੀ ਦੇ ਅਹੁਦੇਦਾਰਾਂ ਨੇ ਵੀ ਸੇਵਾ ਨਿਭਾਈ ਔਰ ਸੰਗਤਾਂ ਨੇ ਨਾਲ ਸੰਯੋਗ ਦਿੱਤਾ। ਔਰ ਜਦੋਂ ਗਰੀਬ ਦੇ ਕੋਲ ਉਹ ਲੰਗਰ ਪਹੁੰਚਦਾ ਹੈ, ਮੈਂ ਅੱਜ ਵੀ ਬੇਨਤੀ ਕਰਾਂ, ਜਦੋਂ ਉਹ ਮੁੱਖ ਦੇ ਵਿੱਚ ਗਰਾਈ ਪਾਉਂਦਾ ਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਖੁਸ਼ ਹੋ ਜਾਂਦੇ ਨੇ। ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਇਹਦੇ ਵਿੱਚ, ਮਾਇਆ ਦੇ ਰਾਹੀਂ ਰਸਤਾਂ ਲਿਆ ਕੇ ਦਿੱਤੀਆਂ ਜਾਂ ਮਾਇਆ ਭੇਜੀ, ਉਹਨਾਂ ਦਾ ਧੰਨਵਾਦ ਵੀ ਹੈ। ਜਦੋਂ ਕਿਤੇ ਉਹ ਗਰੀਬ ਲੰਗਰ ਛਕ ਕੇ ਅੰਦਰੋਂ ਆਸ਼ੀਸ਼ ਦਿੰਦਾ ਹੈ ਨਾ, ਉਸ ਆਸ਼ੀਸ਼ ਦੇ ਭਾਗੀਦਾਰ ਉਹ ਸਾਰੇ ਮਨੁੱਖ ਹਨ, ਉਹ ਦਾਨੀ ਸੱਜਣ ਹਨ, ਜਾਂ ਜਿਹੜੇ ਲੰਗਰ ਬਣਾਉਣ ਵਾਲੇ ਸੇਵਾਦਾਰ ਹਨ, ਮੁੱਖ ਅਹੁਦੇਦਾਰ ਹਨ, ਕਿਉਂਕਿ ਉਹਨਾਂ ਨੇ ਸੇਵਾ ਨਿਭਾਈ ਹੈ, ਸੇਵਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇਖਦੇ ਨੇ ਕਿ ਭਾਈ ਤੇਰੇ ਅੰਦਰ ਲੁਕਾਈ ਵਾਸਤੇ ਦਰਦ ਹੈ, ਤੇ ਉਹ ਫਿਰ ਰਹਿਮਤਾਂ ਕਰ ਦਿੰਦੇ ਨੇ। ਜਿਸ ਤਰ੍ਹਾਂ ਧਰਤੀ ਦਾ ਸੁਭਾਅ ਹੈ, ਇੱਕ ਦਾਣਾ ਬੀਜੀਏ ਕਣਕ ਦਾ 60-70 ਦਾਣੇ 100 ਦਾਣੇ ਤੱਕ ਵੀ ਉਹਦੇ ਤੋਂ ਪੈਦਾ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿਹੜਾ ਗੁਰੂ ਘਰ ਦੇ ਵਿੱਚ ਦਾਨ ਪੁੰਨ ਕਰਦਾ ਹੈ, ਉਹਦੀ ਕਮਾਈ ਨੂੰ ਵੀ ਭਾਗ ਲੱਗਦਾ ਹੈ। ਸਤਿਗੁਰੂ ਉਹਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਦਾ ਹੈ। ਉਹ ਪਰਮਾਤਮਾ ਜੋ ਹੈ ਸੰਸਾਰ ਦੇ ਵਿੱਚ ਵਸਿਆ ਹੋਇਆ ਹੈ, ਜਿਹਦੇ ਰਾਹੀਂ ਸਾਰਾ ਸੰਸਾਰ ਹੋਂਦ ਵਿੱਚ ਆਇਆ ਹੈ। ਉਸ ਪਰਮਾਤਮਾ ਦਾ ਆਪਾਂ ਸਿਮਰਨ ਕਰਨਾ ਹੈ। ਤੇ ਗੁਰੂ ਸਾਹਿਬ ਕਹਿੰਦੇ ਮੈਂ ਉਸ ਪਰਮਾਤਮਾ ਨੂੰ ਦੇਖਦਾ ਰਵਾਂ, ਕਿਉਂਕਿ ਜੈ ਜੈ ਪੇਖੋਂ ਤੈ ਹਜੂਰ,
दूर कतों ना जाई, रब रहया सरबतर मैं, मन सदा ध्याई। ਉਹ ਪਰਮਾਤਮਾ ਹਰ ਇੱਕ ਥਾਂ ਦੇ ਉੱਤੇ ਰਮਿਆ ਹੋਇਆ ਹੈ, ਹਰ ਇੱਕ ਥਾਂ ਦੇ ਉੱਤੇ। ਮਹਾਭਾਰਤ ਦਾ ਯੁੱਧ ਹੋਇਆ ਤੇ ਦੇਖੋ 5 ਪਾਂਡਵ ਬਚੇ ਨੇ, 3 ਕੌਰਵ ਬਚੇ ਨੇ, ਕ੍ਰਿਸ਼ਨ ਜੀ ਤੇ ਬਲਰਾਮ ਜੀ। ਤੇ ਗੰਧਾਰੀ ਨੂੰ ਪਤਾ ਲੱਗਾ ਹੈ, ਪੁੱਛਦੀ ਹੈ ਵੀ 3 ਕੌਰਵ ਹੀ ਕਿਉਂ ਬਚੇ ਨੇ। ਤੇ ਦੱਸਣ ਵਾਲੇ ਨੇ ਆਖਿਆ ਤੁਸੀਂ 7-3 ਦੀ ਗਿਣਤੀ ਵਿੱਚ ਨਾ ਪਾਓ, ਇਹਨਾਂ ਨੂੰ ਮਿਲਾ ਕੇ 10 ਬਣਦਾ ਤੇ 10 ਦੇ ਵਿੱਚ 1 ਦੀ ਬੜੀ ਅਹਿਮੀਅਤ ਹੈ। ਜੇ 1 ਨਾ ਹੋਵੇ ਤੇ 0 ਦਾ ਕੋਈ ਮੁੱਲ ਨਹੀਂ ਹੈ। ਇਹ ਜਿੰਨੇ ਵੀ 9 ਬਚੇ ਨੇ ਕ੍ਰਿਸ਼ਨ ਜੀ ਦੀ ਕਿਰਪਾ ਕਰਕੇ ਬਚੇ ਨੇ। 1 ਨਾ ਹੋਵੇ ਤੇ ਕੁਝ ਵੀ ਨਹੀਂ। ਅਗਰ 1 ਹੋਵੇ ਤੇ 0 ਦਾ ਮੁੱਲ ਪੈ ਜਾਂਦਾ ਹੈ 10, 100, 1000, 10,000, ਲੱਖ, ਕਰੋੜਾਂ ਤੱਕ ਵੀ ਹੋਂਦ ਵਿੱਚ ਆ ਜਾਂਦੇ ਨੇ। ਪਰ ਜੇ 1 ਨਹੀਂ ਤੇ ਕੁਝ ਵੀ ਨਹੀਂ। ਮਨੁੱਖ ਇੱਕ ਅਕਾਲ ਪੁਰਖ ਦੀ ਯਾਦ ਤੇਰੇ ਜੀਵਨ ਵਿੱਚ ਵਸੀ ਰਵੇ ਤਾਂ ਤੇਰਾ ਜੀਵਨ ਸਫਲ ਹੈ। ਜੇ ਇੱਕ ਅਕਾਲ ਪੁਰਖ ਦੀ ਯਾਦ ਨਹੀਂ ਤੇ ਕੁਝ ਵੀ ਨਹੀਂ। इस वास्ते उठत बैठत सोवत नाम, कहो नानक जन के सद काम। उठत बैठत सोवत ध्याइयै, मार्ग चलत हरे हर गाइयै। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਜਿਹੜਾ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ, ਜਿਹੜਾ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ, ਬਲਿਹਾਰੀ ਕੁਦਰਤ ਵਸਿਆ। ਉਹਦੇ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਤਾਰਿਆਂ ਦੀ ਸੇਧ ਨੂੰ ਮੁੱਖ ਰੱਖ ਕੇ ਚੱਲਣ ਦਾ ਆਦੇਸ਼ ਦੇ ਕੇ ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੜੀ ਦੇ ਵਿੱਚੋਂ ਨਿਕਲੇ ਨੇ। ਚੱਲਦੇ ਚੱਲਦੇ ਮਾਛੀਵਾੜੇ ਦੇ ਬਾਗ ਵਿੱਚ ਆ ਕੇ ਸਤਿਗੁਰੂ ਜੀ ਨੇ ਆਸਣ ਲਾਇਆ ਕੱਚੀ ਟਿੰਡ ਦਾ ਸਰਾਣਾ। ਤੇ ਜਦੋਂ ਸਿੱਖ ਆ ਕੇ ਮਿਲੇ ਗੱਲਬਾਤ ਕੀਤੀ ਤੇ ਆਖਿਆ ਸੱਚੇ ਪਾਤਸ਼ਾਹ ਆਪਾਂ ਕੇਵਲ 4 ਹਾਂ ਤੇ ਦੁਸ਼ਮਣ ਦੀਆਂ ਫੌਜਾਂ ਬਹੁਤ ਨੇ। ਸਤਿਗੁਰੂ ਕਹਿਣ ਲੱਗੇ ਆਪਾਂ 4 ਨਹੀਂ ਆਪਾਂ 5 ਹਾਂ। ਇੱਧਰ ਉੱਧਰ ਦੇਖਦੇ ਹੋਏ ਪੁੱਛਣ ਲੱਗੇ ਵੀ 5ਵਾਂ ਕੌਣ ਹੈ? ਤੇ ਸਾਹਿਬ ਕਹਿਣ ਲੱਗੇ 5ਵਾਂ ਅਕਾਲ ਪੁਰਖ ਸਾਡੇ ਅੰਗ ਸੰਗ ਹੈ। ਜਿੰਨਾ ਚਿਰ ਉਹ ਪਰਮਾਤਮਾ ਇੱਕ ਓੰਕਾਰ ਸਾਡੇ ਨਾਲ ਹੈ, ਭਾਵੇਂ ਲੱਖਾਂ ਦੁਸ਼ਮਣ ਚੜ ਕੇ ਆ ਜਾਣ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਜਿੰਨਾ ਚਿਰ ਪਰਮਾਤਮਾ ਨਾਲ ਹੈ ਉਹਨਾਂ ਚਿਰ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਉਹ ਰਾਖੀ ਕਰਦਾ, ਰੱਖਿਆ ਕਰਦਾ ਆਪਣੇ ਸੇਵਕਾਂ ਦੀ। ਜੇ ਉਹਨੇ ਧਰੂ ਦੀ ਲਾਜ ਰੱਖੀ, ਪ੍ਰਹਿਲਾਦ ਦੀ ਰੱਖੀ, ਤੇ ਮਨੁੱਖ ਤੂੰ ਵੀ ਉਹਦੀ ਆਰਾਧਨਾ ਕਰ, ਤੇਰੀ ਵੀ ਰੱਖੇਗਾ। ਹੁਣ ਪ੍ਰਹਿਲਾਦ ਨੂੰ ਅੱਗ ਵਿੱਚੋਂ ਬਚਾ ਲਿਆ, ਹੋਲਕਾਂ ਸੜ ਗਈ। ਕਿਹਨੇ ਬਚਾਇਆ? ਪਰਮਾਤਮਾ ਨੇ ਬਚਾਇਆ ਨਾ। ਪਿਓ ਤੇ ਮਾਰਨ ਤੇ ਤੁੱਲ ਗਿਆ ਸੀ, ਭੂਆ ਮਾਰਨ ਤੇ ਤੁੱਲ ਗਈ, ਜੇ ਬਚਾਇਆ ਤੇ ਪਰਮਾਤਮਾ ਨੇ ਬਚਾਇਆ। ਪਹਾੜ ਤੋਂ ਸੁੱਟਿਆ ਗਿਆ, ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ ਗਈ, ਹਨੇਰੀ ਕੋਠੜੀ ਵਿੱਚ ਬੰਦ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ, ਤੱਤੇ ਥੰਮ ਨਾਲ ਗਲਵਕੜੀ ਪਾਉਣ ਵਾਸਤੇ ਕਿਹਾ ਗਿਆ। ਭਗਤ ਡੋਲਿਆ ਨਹੀਂ, ਕਿਉਂਕਿ ਉਹਨੂੰ ਰੱਬ ਤੇ ਭਰੋਸਾ ਸੀਗਾ ਕਿ ਉਹ ਪਰਮਾਤਮਾ ਮੇਰੇ ਨਾਲ ਹੈ, ਅੰਗ ਸੰਗ ਹੈ। ਜਿੰਨਾ ਚਿਰ ਪਰਮਾਤਮਾ ਮੇਰੇ ਨਾਲ ਹੈ ਮੇਰਾ ਕੁਝ ਵੀ ਵਿਗਾੜ ਨਹੀਂ ਸਕਦਾ, ਭਾਵੇਂ ਮੇਰਾ ਪਿਓ ਹੀ ਮੇਰਾ ਦੁਸ਼ਮਣ ਕਿਉਂ ਨਾ ਬਣ ਗਿਆ ਹੋਵੇ। ਤੇ ਰੱਬ ਨੇ ਫਿਰ ਪੈਜ ਰੱਖੀ, ਨਾਮਦੇਵ ਦੀ ਪੈਜ ਰੱਖੀ। ਉਹ ਪਰਮਾਤਮਾ, ਐਸਾ ਪਰਮਾਤਮਾ ਜਿਹੜਾ ਪੱਥਰਾਂ ਵਿੱਚ ਕੀੜਿਆਂ ਦੀ ਪਾਲਣਾ ਕਰਦਾ ਹੈ। ਜਿੱਥੇ ਕੋਈ ਰਸਤਾ ਨਹੀਂ ਕਿ ਮਨੁੱਖ ਉਹਨਾਂ ਤੱਕ ਖੁਰਾਕ ਪਹੁੰਚਾ ਸਕੇ, ਉੱਥੇ ਪਰਮਾਤਮਾ
ਉਹਨਾਂ ਦੀ ਪਾਲਣਾ ਕਰਦਾ ਹੈ। ਸਾਇੰਸ ਦਾ ਯੁੱਗ ਹੈ ਤੇ ਹੁਣ ਸਾਹਮਣੇ ਵਿਖਾ ਦਿੱਤਾ ਪੱਥਰਾਂ ਨੂੰ ਤੋੜ ਕੇ ਕਿ ਕਿੱਦਾਂ ਪੱਥਰਾਂ ਦੇ ਵਿੱਚ ਜੀ ਹਨ। ਜਿਹੜੇ ਤਰਕ ਕਰਦੇ ਸਨ ਕਿ ਪਾਣੀ ਵਿੱਚ ਰਹਿਣ ਵਾਲੀ ਮੱਛੀ ਕਿਸ ਤਰ੍ਹਾਂ ਰੁੱਖ ਦੇ ਉੱਤੇ ਚੜ੍ਹ ਕੇ ਅੰਡੇ ਦੇ ਸਕਦੀ ਹੈ, ਵਿਖਾ ਦਿੱਤਾ। ਕਿਸ ਤਰ੍ਹਾਂ ਉਹ ਪਾਣੀ ਦੇ ਵਿੱਚੋਂ ਛਲਾਂਗ ਲਾਉਂਦੀ ਹੈ, ਪੱਤਿਆਂ ਦੇ ਉੱਤੇ ਚਿਪਕ ਕੇ ਅੰਡੇ ਦਿੰਦੀ ਹੈ, ਫਿਰ ਥੱਲੇ ਉਤਰ ਜਾਂਦੀ ਹੈ। ਕਹਿਣ ਤੋਂ ਭਾਵ ਗੁਰਬਾਣੀ ਦਾ ਇੱਕ ਇੱਕ ਅੱਖਰ ਅਟੱਲ ਹੈ। ਤੇ ਬਹੁਤੇ ਪੜ੍ਹੇ ਲਿਖਿਆਂ ਨੂੰ ਬੇਨਤੀ ਹੈ ਕਿ ਗੁਰਬਾਣੀ ਨੂੰ ਚੈਲੰਜ ਨਾ ਕਰਿਆ ਕਰੋ, ਫਿਰ ਤੁਸੀਂ ਆਪ ਹੀ ਝੂਠੇ ਪੈ ਜਾਂਦੇ ਹੋ। ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਸੱਚ ਹੈ, ਸੱਚ। ਇਹ ਗੁਰਬਾਣੀ ਸੱਚ ਹੈ, ਇਹ ਅਟੱਲ ਹੈ, ਇਹ ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਿਹਦੇ ਅੰਦਰ ਆ ਕੇ ਵਸ ਗਈ ਉਹਦੇ ਅੰਦਰੋਂ ਸਾਰੀਆਂ ਚਿੰਤਾ ਦੂਰ ਹੋ ਗਈਆਂ। ਸਾਹਿਬ ਜੀ ਕਹਿੰਦੇ ਅਵ ਲੋਕੋਂ ਰਾਮ ਕੋ ਮੁਖਾਰ ਬਿੰਦ, ਖੋਜਤ ਖੋਜਤ ਰਤਨ ਪਾਇਓ, ਬਿਸਰੀ ਸਭ ਚਿੰਦ। ਖੋਜਤ ਖੋਜਤ ਤੋਂ ਭਾਵ ਹੈ ਕਿ ਗੁਰੂ ਦੀ ਰਾਹੀਂ ਭਾਲ ਕਰਦਿਆਂ ਕਰਦਿਆਂ ਮੈਂ ਨਾਮ ਰੂਪੀ ਰਤਨ ਪ੍ਰਾਪਤ ਕਰ ਲਿਆ। ਇਹ ਨਾਮ ਰੂਪੀ ਖਜ਼ਾਨਾ ਮਿਲ ਗਿਆ ਮੈਨੂੰ। ਦੋ ਤਰ੍ਹਾਂ ਦੇ ਧਨ ਦੀ ਗੱਲ ਕੀਤੀ ਗਈ ਗੁਰਬਾਣੀ ਦੇ ਵਿੱਚ। ਇੱਕ ਦੁਨਿਆਵੀ ਧਨ ਹੈ ਤੇ ਇੱਕ ਨਾਮ ਧਨ ਹੈ। ਦੁਨਿਆਵੀ ਧਨ ਮਨੁੱਖ ਦੇ ਕੋਲ ਸਦਾ ਨਹੀਂ ਰਹਿੰਦਾ, ਕਦੇ ਆਉਂਦਾ ਕਦੇ ਚਲੇ ਜਾਂਦਾ। ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ। ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹ ਦੁਨਿਆਵੀ ਧਨ ਨੂੰ ਜੋੜ ਕੇ ਸੰਤੋਖ ਨਹੀਂ ਮਿਲਦਾ, ਪਰ ਨਾਮ ਧਨ ਜਿਹੜਾ ਇਹ ਸੰਤੋਖ ਦਿੰਦਾ ਹੈ। ਇਹ ਫਰਕ ਹੈ। ਦੁਨਿਆਵੀ ਧਨ ਨੂੰ ਚੋਰ ਚੁਰਾ ਸਕਦਾ ਹੈ ਤੇ ਨਾਮ ਧਨ ਚੁਰਾਇਆ ਨਹੀਂ ਜਾ ਸਕਦਾ। ਦੁਨਿਆਵੀ ਧਨ ਪਾਣੀ ਵਿੱਚ ਗਲ ਸਕਦਾ ਹੈ, ਅੱਗ ਵਿੱਚ ਸੜ ਸਕਦਾ ਹੈ। ਨਾਮ ਧਨ ਨੂੰ ਨਾ ਪਾਣੀ ਗਾਲ ਸਕਦਾ ਹੈ, ਨਾ ਅੱਗ ਸਾੜ ਸਕਦੀ ਹੈ। ਇਹ ਨਾਮ ਧਨ, ਨਾਮ ਖਜ਼ਾਨਾ ਮੈਨੂੰ ਗੁਰੂ ਦੇ ਰਾਹੀਂ ਭਾਲ ਕਰਦਿਆਂ ਕਰਦਿਆਂ ਪ੍ਰਾਪਤ ਹੋ ਗਿਆ ਹੈ। ਇਹ ਨਾਮ ਖਜ਼ਾਨਾ ਜਿਹੜਾ ਨਾਲ ਨਿਭਣ ਵਾਲਾ ਹੈ। ਦੁਨਿਆਵੀ ਧਨ ਤੇ ਇੱਥੇ ਰਹਿ ਜਾਣਾ। ਸਾਚਾ ਧਨ ਗੁਰਮਤੀ ਪਾਏ, ਗੁਰੂ ਦੀ ਮੱਤ ਤੇ ਚੱਲਿਆਂ ਸੱਚੇ ਧਨ ਦੀ ਪ੍ਰਾਪਤੀ ਹੁੰਦੀ, ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਪਰ ਜਿਹੜਾ ਦੁਨਿਆਵੀ ਧਨ ਹੈ, ਕਾਚਾ ਧਨ ਫੁਨ ਆਵੇ ਜਾਏ, ਇਹ ਕਦੇ ਆ ਜਾਂਦਾ ਕਦੇ ਚਲੇ ਜਾਂਦਾ। ਜਦੋਂ ਆਉਂਦਾ ਏ ਤੇ ਮਨੁੱਖ ਬੜਾ ਉਛਾਲੇ ਮਾਰਦਾ ਹੈ, ਤੇ ਜਦੋਂ ਚਲੇ ਜਾਂਦਾ ਫਿਰ ਨਿੰਮੂ ਝੂਣਾ ਹੋ ਜਾਂਦਾ, ਫਿਰ ਉਦਾਸ ਹੋ ਜਾਂਦਾ। ਪਰ ਨਾਮ ਧਨ ਦੀ ਨਿਸ਼ਾਨੀ ਹੈ, ਤੁਹਾਡੇ ਜੀਵਨ ਵਿੱਚ ਆ ਜਾਵੇ ਤੇ ਨਾਲ ਨਿਭਦਾ ਹੈ। ਇਸ ਵਾਸਤੇ ਨਾਮ ਧਨ ਜੀਵਨ ਵਿੱਚ ਜ਼ਰੂਰੀ ਹੈ। ਦੁਨਿਆਵੀ ਧਨ ਵੀ ਸਿੱਖ ਦੇ ਕੋਲ ਹੋਣਾ ਚਾਹੀਦਾ ਤੇ ਨਾਮ ਧਨ ਵੀ ਹੋਣਾ ਚਾਹੀਦਾ। ਦੁਨਿਆਵੀ ਧਨ ਦੇ ਨਾਲ ਨਾਲ ਜੇ ਨਾਮ ਧਨ ਹੋਏਗਾ ਤੇ ਦੁਨਿਆਵੀ ਧਨ ਵੀ ਸਫਲਾ ਹੋਵੇਗਾ। ਤੇ ਜੇ ਇਕੱਲਾ ਦੁਨਿਆਵੀ ਧਨ ਹੋਵੇ ਤੇ ਫਿਰ ਉਹਦੀ ਮਨੁੱਖ ਕੁਵਰਤੋਂ ਕਰ ਦਿੰਦਾ ਹੈ, ਫਿਰ ਮਾੜੇ ਤਰੀਕੇ ਨਾਲ ਖਰਚ ਕਰਦਾ ਹੈ। ਤੇ ਜੇ ਨਾਮ ਧਨ ਹੈ ਫਿਰ ਧਨ ਨੂੰ, ਦੁਨਿਆਵੀ ਧਨ ਨੂੰ ਵਰਤਣ ਦਾ ਤਰੀਕਾ ਚੰਗਾ ਹੋ ਜਾਂਦਾ ਹੈ। ਜਿਸ ਤਰ੍ਹਾਂ ਹੁਣ ਦਾਨੀ ਸੱਜਣਾ ਨੇ ਮਾਇਆ ਭੇਜੀ, ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ। ਇਹ ਧਨ ਖਰਚਣ ਦਾ ਤਰੀਕਾ ਚੰਗਾ ਹੈ, ਕਿਉਂਕਿ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਸਮੇਂ-ਸਮੇਂ ਤੇ ਬੇਨਤੀ ਕਰਦੇ ਰਹਿੰਦੇ ਨੇ। ਇੱਥੋਂ ਤੱਕ ਕਿ ਜਦੋਂ ਸਰਕਾਰ ਨੇ ਆਖਿਆ ਵੀ ਗੁਰਦੁਆਰੇ ਬੰਦ ਕਰੋ
ਤੇ ਭਾਈ ਸਾਹਿਬ ਜੀ ਨੇ ਆਖਿਆ ਸੀ ਕਿ ਭਾਵੇਂ ਮੈਨੂੰ ਸਰਕਾਰ ਅੰਦਰ ਕਰ ਦੇਵੇ ਪਰ ਮੈਂ ਐਸਾ ਨਹੀਂ ਕਰਾਂਗਾ ਕਿ ਕੋਈ ਕਵੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਨਾ ਕਰੋ। ਪ੍ਰਕਾਸ਼ ਜਿਸ ਤਰ੍ਹਾਂ ਹੁੰਦਾ ਆ ਰਿਹਾ ਉਸੇ ਤਰ੍ਹਾਂ ਹੋਵੇਗਾ। ਔਰ ਸਿੱਖ ਦਾ ਨੇਮ ਹੈ ਕਿ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦਾ ਹੈ, ਸੰਗਤ ਵਿੱਚ ਬੈਠਦਾ ਹੈ, ਪਰ ਸਮੇਂ ਅਨੁਸਾਰ ਬੇਨਤੀ ਕੀਤੀ ਗਈ ਘਰਾਂ ਵਿੱਚ ਰਹਿ ਕੇ ਸਹਿਜ ਪਾਠ ਕਰੋ, ਗੁਰਬਾਣੀ ਪੜ੍ਹੋ, ਮੂਲ ਮੰਤਰ ਗੁਰਮੰਤਰ ਦਾ ਜਾਪ ਕਰੋ। ਗੁਰੂ ਦੇ ਦਰ ਤੇ ਜੇ ਕੋਈ ਆਉਂਦਾ ਵੀ ਹੈ ਤੇ ਨਮਸਕਾਰ ਕਰਕੇ ਥੋੜੇ ਸਮੇਂ ਦੇ ਵਿੱਚ ਵਾਪਸ ਜਾਵੇ, ਕਿਉਂਕਿ ਪ੍ਰਸ਼ਾਸਨ ਦੇ ਨਾਲ ਨਾਲ ਵੀ ਚੱਲਣਾ ਹੈ। ਮੈਨੂੰ ਨਾਮ ਰਤਨ ਪ੍ਰਾਪਤ ਹੋ ਗਿਆ, ਨਾਮ ਖਜ਼ਾਨਾ ਲੱਭ ਗਿਆ। ਜੇ ਨਾਮ ਜੀਵਨ ਵਿੱਚ ਹੈ ਤੇ ਸਾਰਾ ਕੁਝ ਹੈ। ਸਾਚਾ ਨਾਮ ਮੇਰਾ ਆਧਾਰੋ। ਇਹ ਪ੍ਰਮਾਤਮਾ ਦਾ ਸਦੀਵੀ ਸਦਾ ਰਹਿਣ ਵਾਲਾ ਨਾਮ ਮੇਰੇ ਜੀਵਨ ਦਾ ਆਸਰਾ ਹੈ। ਐਸਾ ਆਸਰਾ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਸਿੱਖ ਕੌਮ ਜਦੋਂ ਵੀ ਭੀੜ ਬਣੇ ਸੰਸਾਰ ਦੇ ਵਿੱਚ ਪਿੱਛੇ ਨਹੀਂ ਰਹਿੰਦੀ। ਜਿੱਥੇ ਨਾਮ ਜਪਦੀ, ਕਿਰਤ ਕਰਦੀ, ਗੁਰੂ ਸਾਹਿਬ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਦੀ, ਤੇ ਉੱਥੇ ਨਾਲ ਨਾਲ ਵੰਡ ਛਕੋ ਦੀ ਵੀ ਪਾਲਣਾ ਕਰਦੀ ਹੈ। ਹਰ ਖੇਤਰ ਦੇ ਵਿੱਚ ਜਦੋਂ ਵੀ ਕਿਤੇ ਕੌਮ ਤੇ ਭੀੜ ਪਵੇ, ਸੰਸਾਰ ਦੇ ਉੱਤੇ ਭੀੜ ਪਵੇ, ਵਿਪਤਾ ਆਵੇ, ਤੇ ਪਹਿਲ ਕਦਮੀ ਜਿਹੜੀ ਉਹ ਸਿੱਖਾਂ ਦੀ ਹੁੰਦੀ ਹੈ। ਜਦੋਂ ਗੁਰੂ ਘਰਾਂ ਦੇ ਉੱਤੇ ਵੀ ਕੋਈ ਆਕਰਮਣ ਕਰੇ, ਉਦੋਂ ਵੀ ਸਿੱਖ ਫਿਰ ਅੱਗੇ ਸੀਨਾ ਚੌੜਾ ਕਰਕੇ ਖਲੋ ਜਾਂਦਾ ਹੈ ਕਿ ਪਹਿਲਾਂ ਗੁਰੂ ਘਰ ਤੇ ਹਮਲਾ ਕਰਨ ਵਾਲਿਆ, ਤੂੰ ਮੇਰੇ ਨਾਲ ਮੁਕਾਬਲਾ ਕਰ। ਜਿੰਨਾ ਚਿਰ ਮੇਰੇ ਅੰਦਰ ਸਵਾਸ ਨੇ, ਮੈਂ ਆਪਣੇ ਗੁਰੂ ਦੇ ਦਰ ਦੀ ਪਹਿਰੇਦਾਰੀ ਕਰਾਂਗਾ। ਕਿਤੇ ਸਮਾਂ ਆਇਆ ਸੀ, ਬਾਬਾ ਦੀਪ ਸਿੰਘ ਵਰਗਿਆਂ ਯੋਧਿਆਂ ਨੇ 18 ਸ਼ੇਰ ਦਾ ਖੰਡਾ ਪਕੜ ਕੇ ਦੁਸ਼ਮਣ ਦੇ ਆਹੂ ਲਾਏ ਸਨ, ਔਰ ਪ੍ਰਣ ਜਿਹੜਾ ਪੂਰਾ ਕੀਤਾ, ਹਰਿਮੰਦਰ ਸਾਹਿਬ ਆਜ਼ਾਦ ਕਰਾ ਕੇ ਸ਼ਹਾਦਤ ਪਾਈ। ਸਮੇਂ ਸਮੇਂ ਦੇ ਉੱਤੇ ਜੇ ਕਦੇ ਐਸਾ ਵੀ ਹੋਇਆ ਕਿਸੇ ਨੇ ਕਹਿ ਦਿੱਤਾ ਵੀ ਸਿੱਖ ਤੇ ਮੁੱਕ ਗਏ ਹਨ, ਤੇ ਭਾਵੇਂ 2 ਸਿੰਘ ਸਨ, ਇੱਕ ਨੂੰ 1.25 ਲੱਖ ਦੇ ਬਰਾਬਰ ਸਮਝਦੇ ਸਨ, ਉਹਨਾਂ ਨੇ ਨੂਰ ਦੀ ਸਰਾਂ ਦੇ ਲਾਗੇ ਝਬਾਲ ਨੂੰ ਜਾਣ ਵਾਲੀ ਸੜਕ ਦੇ ਉੱਤੇ ਪਹਿਰਾ ਲਾ ਲਿਆ ਤੇ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ। ਫੌਜਾਂ ਚੜੀਆਂ, ਮੁਕਾਬਲਾ ਕੀਤਾ, ਸ਼ਹਾਦਤ ਪਾ ਗਏ। ਪਰ ਇਸ ਗੱਲ ਨੂੰ ਉਹਨਾਂ ਨੇ ਸਵੀਕਾਰ ਨਾ ਕੀਤਾ ਵੀ ਸਿੱਖ ਮੁੱਕ ਗਏ। ਭਾਵੇਂ 2 ਸਨ ਤਾਂ ਵੀ ਮੋਰਚਾ ਲਾ ਦਿੱਤਾ। ਸੋਚੀ ਸਮਝੀ ਚਾਲ ਦੇ ਅਨੁਸਾਰ ਜੇ ਕਿਤੇ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ 84 ਦੇ ਵਿੱਚ, ਤਾਂ ਵੀ ਮੋਰਚਾ ਲਾਉਣ ਵਾਲੇ ਦਮਦਮੀ ਟਕਸਾਲ ਦੇ ਸਿੰਘ, ਗੁਰੂ ਘਰ ਦੇ ਸੇਵਕ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਆਉਂਦੇ ਸਮੇਂ ਦੇ ਵਿੱਚ ਉਹ ਦਿਨ ਆ ਰਹੇ ਹਨ। ਕਹਿਣ ਤੋਂ ਭਾਵ ਹੈ ਕਿ ਸਿੱਖ ਹਰ ਕਦਮ ਜਿਹੜਾ ਵਾ ਉਹ ਗੁਰੂ ਘਰ ਦੀ ਬਹਾਲੀ ਵਾਸਤੇ, ਆਪਣੀ ਕੌਮ ਵਾਸਤੇ, ਜਾਂ ਫਿਰ ਸੰਸਾਰ ਦੇ ਵਿੱਚ ਕੋਈ ਬਿਪਤਾ ਆ ਜਾਏ, ਉਹ ਸਭ ਤੋਂ ਅੱਗੇ ਆ ਕੇ ਆਪਣਾ ਕਦਮ ਰੱਖਦਾ ਹੈ, ਉਹ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਕਿਉਂਕਿ ਉਹਦੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਜੋ ਸ਼ਕਤੀ ਹੈ, ਜੋ ਤਾਕਤ ਹੈ, ਉਹਦਾ ਕਰਕੇ ਉਹ ਕਦੇ ਪਿੱਛੇ ਨਹੀਂ ਹਟਦਾ। ਨਾ ਕਦੇ ਉਹਦੇ ਅੰਦਰ ਡਰ ਹੈ, ਨਾ ਸੀ ਤੇ ਨਾ ਹੀ ਰਹੇਗਾ, ਕਿਉਂਕਿ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ। ਗੁਰੂ ਦੇ ਰਾਹੀਂ ਭਾਲ ਕਰਦਿਆਂ ਕਰਦਿਆਂ
मैनू परमात्मा दा नाम रतन प्राप्त हो गया है। ये गुरबाणी दे विच परमात्मा दा नाम एक एक अखर विच समाया होया। गुरबाणी हर नाम समाया। ते जदों असीं ये शब्द पढ़दे हां, रतना रतन पदार्थ बहु सागर भरिया राम, बाणी गुरबाणी लागे तिन हथ चढ़िया राम। ये संसार दे विच बहुत वड्डी अमोलक दात है जो धन श्री गुरु अर्जन देव महाराज ने धन श्री गुरु ग्रंथ साहिब महाराज की संपादना की और बहुत वड्डा अमोलक खजाना सानू बख्शिया। ते गुरबाणी एक समुंदर है जिहदा अथा अंत नहीं पाया जा सकता। ते इहदे विच नाम रूपी रतन, नाम रूपी सुच्चे मोती हन। ये प्राप्त उहनूं हुंदे ने जिहड़ा गुरबाणी दे नाल जुड़दा है, जिहड़ा आत्मक टुब्बी लाउंदा है, हंस दी तरह उहनूं प्राप्त हुंदे हन। ते जदों नाम रतन प्राप्त हो गया फिर की होया? साहब जी कहन लगे बिसरी सब चिंद, कहंदे हर प्रकार दी मेरी चिंता जिहड़ी है वह दूर हो गई है। मनुख नूं बड़े प्रकार दीयां चिंतावां घेरी रखदियां हन। आजादी माया आ जावे ना, दुनियावी धन आ जावे तां भी चिंता हो जाती है। जिस ग्रह बहुत तिसे ग्रह चिंता। ते जे ना ही होवे, गुजारा मसां चलदा होवे, जिस ग्रह थोड़ी सो फिरे भ्रमता। दूं व्यवस्था ते जो मुक्ता सोई सुहेला भालीए। जिहदे कोल आई चलाई चल रही है और परमात्मा दा नाम जप रहा है, दो वेले दा प्रशादा छक रहा है, परमात्मा ने पाउण वास्ते वस्त्र दिते ने, रहण वास्ते घर दिता है, और घर विच रह के प्रशादा छक के कपड़े पाउंदा होया हर समय परमात्मा नूं याद करदा है, वो भागां वाला है। ते जिहड़ा वड्डे वड्डे महलां विच रह के भी परमात्मा नूं याद नहीं करदा, जिस परमात्मा ने इन्ना कुछ दे दिता उहनूं याद नहीं करदा, ते उहदे माड़े भाग हन। अगे साहब जी कहंदे चरण कमल हृदय धार, परमात्मा दे सोहणे चरण कमल हिरदे विच वसा के, क्योंकि जिहदी प्रीत चरना नाल जुड़ जाती है वो कहंदा भी होर कुछ चाहिदा ही नहीं। चरण कमल की मौज में रहूं अंत अर आद, कबीर साहब जी आखदे ने। शुरू तो लैके अखीर तक चरण कमलों की मौज दे विच ही रवां। राज ना चाहूं मुक्त ना चाहूं, मन प्रीत चरण कमलारे। ना राज भाग चाहिदा है ना मुक्ति चाहिदी है, क्योंकि प्रभु चरना दे नाल प्रीत जुड़ी हुई है। चरण कमलों नूं हिरदे विच वसा के उतरिया दुख मंद, मेरा हर प्रकार दा मंद कहंदे ने मंदा भैड़ा, भैड़ा दुख जिहड़ा सी वो उतर गया, दूर हो गया, हर प्रकार दा दुख दूर हो गया। क्योंकि परमात्मा दुख दूर करन वाला है। वो परमात्मा दुख हंता सुख रास, सुखां दी रास पूंजी है, दुखां नूं दूर करन वाला, दुखां नूं खपाउण वाला है। ते जिहड़ा परमात्मा दे चरण कमलां नाल जुड़ जांदा है उहदा हर प्रकार दा दुख दूर हो जांदा है। वो चाहे शरीरक दुख होवे चाहे मानसिक दुख होवे, चिंता फिक्र भी उहदे दूर हो जांदे ने। साहब जी बाणी विच कहंदे सा सा सिमरो गोबिंद, मान अंतर की उतरै चिंद। वाकई परमात्मा दा नाम लैण दे नाल मन दियां जिहड़ियां चिंतावां ने वो दूर हो जांदियां ने। किते भी ढोई ना मिलदी होवे, मनुख नूं कोई आसरा ना दिंदा होवे, मुश्किलां ते मुश्किलां आ गईयां होण, जाको मुश्किल अत बने ढोई कोई न दे। लागू होए दुश्मना साक पे भज खले, सबो भजे आसरा
ਚੁੱਕੈ ਸਭ ਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤਤੀ ਵਾਓ। ਉਸ ਸਮੇਂ ਵੀ ਜੇ ਪ੍ਰਮਾਤਮਾ ਚੇਤੇ ਆ ਜਾਵੇ ਤੇ ਤਤੀ ਵਾਹ ਨਹੀਂ ਲੱਗਦੀ ਮਨੁੱਖ ਨੂੰ। ਉਹ ਪ੍ਰਮਾਤਮਾ ਆਪ ਰੱਖਿਆ ਕਰਦਾ ਹੈ। ਉਹਦਾ ਨਾਮ ਜਪਿਆਂ, ਉਹਦੀ ਸਿਫਤ ਕੀਤਿਆਂ ਹਰ ਪ੍ਰਕਾਰ ਦਾ ਜਿਹੜਾ ਦੁੱਖ ਹੈ ਉਹ ਦੂਰ ਹੋ ਜਾਂਦਾ ਹੈ। ਪ੍ਰਭੂ ਦੇ ਚਰਨ ਕਮਲ ਹਿਰਦੇ ਵਿੱਚ ਵਸਾ ਕੇ ਮੇਰਾ ਹਰ ਪ੍ਰਕਾਰ ਦਾ ਭੈੜਾ ਦੁੱਖ ਦੂਰ ਹੋ ਗਿਆ ਹੈ। ਹੁਣ ਮੇਰੇ ਅੰਦਰ ਕੋਈ ਦੁੱਖ ਨਹੀਂ ਰਿਹਾ, ਹੁਣ ਸੁੱਖ ਹੀ ਸੁੱਖ ਹੈ, ਕਿਉਂਕਿ ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ। ਅੱਗੇ ਆਖਦੇ ਨੇ, ਰਾਜ ਧਨ ਪਰਿਵਾਰ ਮੇਰਾ, ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਰਾਜ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਧਨ ਪਦਾਰਥ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਪਰਿਵਾਰ ਹੈ। ਸਭ ਕੁਝ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਹੈ। ਨਾਮ ਦੇ ਵਿੱਚ ਇਹ ਤਾਕਤਾਂ, ਇਹ ਬਖਸ਼ਿਸ਼ਾਂ ਕਿ ਜਦੋਂ ਨਾਮ ਦੀ ਮਹਿਮਾ ਕਰਦੇ ਨੌਵੇਂ ਪਾਤਸ਼ਾਹ ਕਹਿੰਦੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ, ਗਨਕਾ ਹੂੰ ਗਤ ਪਾਈ। ਪਰਮਾਤਮਾ ਦਾ ਨਾਮ ਸੁਖ ਦੇਣ ਵਾਲਾ ਹੈ। ਜਿਸ ਨੂੰ ਸਿਮਰ ਕੇ ਅਜਾਮਲ ਵਰਗੇ ਪਾਪੀ ਤਰ ਗਏ, ਗਨਕਾ ਤਰ ਗਈ, ਜਿਹਦਾ ਜੀਵਨ ਪਾਪਾਂ ਨਾਲ ਭਰਿਆ ਹੋਇਆ ਸੀ। ਜੇ ਪਰਮਾਤਮਾ ਦਾ ਨਾਮ ਮਨੁੱਖ ਤੂੰ ਜਪੇ ਤੇ ਤੇਰਾ ਵੀ ਉਧਾਰ ਹੋ ਜਾਏਗਾ। ਜਪ ਕੇ ਵੇਖ, ਅਰਾਧ ਕੇ ਵੇਖ। ਉਸ ਪਰਮਾਤਮਾ ਨੂੰ ਜਪਿਆ ਕਰ, ਵਾਜਾਂ ਮਾਰਿਆ ਕਰ ਪਰਮਾਤਮਾ ਨੂੰ। ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਸਭ ਕੁਝ ਹੈ। ਭਾਵ ਮੈਂ ਸੰਸਾਰ ਵਿੱਚ ਵਿਚਰਦਾ ਹੋਇਆ ਪਰਮਾਤਮਾ ਦੇ ਨਾਮ ਦਾ ਪੱਲਾ ਫੜ ਕੇ ਚੱਲਦਾ ਹਾਂ। ਕਦੇ ਵੀ ਪ੍ਰਭੂ ਦਾ ਨਾਮ ਨਹੀਂ ਭੁਲਾਉਂਦਾ। ਹਰ ਪ੍ਰਕਾਰ ਮੈਂ, ਚਾਹੇ ਮੈਂ ਕੰਮਕਾਰ ਕਰਦਾ ਹੋਵਾਂ, ਚਾਹੇ ਮੈਂ ਰਸਤੇ ਵਿੱਚ ਤੁਰਿਆ ਜਾਂਦਾ ਹੋਵਾਂ, ਤੇ ਮੈਨੂੰ ਪਰਮਾਤਮਾ ਦਾ ਨਾਮ ਯਾਦ ਹੋਣਾ ਚਾਹੀਦਾ ਹੈ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਸ ਪਰਮਾਤਮਾ ਦਾ ਨਾਮ ਜਪਣਾ ਹੈ। ਇਸ ਵਾਸਤੇ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਹ ਜੋ ਸਮਾਂ ਘਰਾਂ ਦੇ ਵਿੱਚ ਸਾਨੂੰ ਰਹਿਣ ਵਾਸਤੇ ਪ੍ਰਸ਼ਾਸਨ ਵੱਲੋਂ ਹੁਕਮ ਕੀਤੇ ਗਏ, ਤੇ ਬੜਾ ਇਹ ਸਮਾਂ ਮਿਲਿਆ ਗੁਰਬਾਣੀ ਨੂੰ ਪੜ੍ਹਨ ਦਾ, ਵਿਚਾਰਨ ਦਾ, ਸਹਿਜ ਪਾਠ ਕਰਨ ਦਾ। ਔਰ ਬਹੁਤ ਐਸੇ ਸ਼ਰਧਾਲੂ ਨੇ ਜਿਨ੍ਹਾਂ ਨੇ ਸਹਿਜ ਪਾਠ ਕੀਤੇ, ਗੁਰਬਾਣੀ ਦੇ ਅਰਥਾਂ ਨੂੰ ਸਮਝਿਆ, ਤੇ ਕਈ ਐਸੇ ਵੀ ਹੋਣਗੇ ਜਿਨ੍ਹਾਂ ਰੱਜ ਕੇ ਤਾਸ਼ ਵੀ ਖੇਡੀ ਹੋਏਗੀ। ਕਿਉਂਕਿ ਚੰਗੇ ਕਰਮ ਕਰਨ ਵਾਲਿਆਂ ਦੇ ਨਾਲ ਮੰਦੇ ਕਰਮ ਕਰਨ ਵਾਲੇ ਵੀ ਸੰਸਾਰ ਦੇ ਵਿੱਚ ਹਨ। ਔਰ ਜਦੋਂ ਪਿੱਛੇ ਜੇ ਆਪ ਜੀ ਨੂੰ ਪਤਾ ਹੈ ਸਰਕਾਰ ਨੇ ਥੋੜੀ ਢਿੱਲ ਦਿੱਤੀ, ਤੇ ਕਿੱਦਾਂ ਉਹਨਾਂ ਦੁਕਾਨਾਂ ਦੇ ਸਾਹਮਣੇ ਲਾਈਨਾਂ ਲੱਗ ਗਈਆਂ। ਭਾਈ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਆਉਨੇ ਆ, ਗੁਰੂ ਦੇ ਦਰ ਤੋਂ ਅਸੀਂ ਨਾਮ ਦੀ ਦਾਤ ਪ੍ਰਾਪਤ ਕਰਦੇ ਆ, ਤੇ ਜਿੰਨਾ ਸਮਾਂ ਅਸੀਂ ਇਹਨਾਂ ਚੀਜ਼ਾਂ ਵਿੱਚ ਖਰਚ ਕਰਦੇ ਆ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ, ਉਹ ਸਮਾਂ ਜੇਕਰ ਮਨੁੱਖ ਪਰਮਾਤਮਾ ਦਾ ਨਾਮ ਜਪਣ ਵਿੱਚ ਲਾ ਦੇ ਤੇ ਇਹਦਾ ਜੀਵਨ ਬਦਲ ਸਕਦਾ ਹੈ। ਵਿਆਹ ਸ਼ਾਦੀਆਂ ਹੁਣ ਵੀ ਹੋ ਰਹੀਆਂ ਨੇ, ਪਹਿਲਾਂ ਵੀ ਹੁੰਦੀਆਂ ਸਨ, ਪਰ ਹੁਣ ਥੋੜੇ ਤੋਂ ਥੋੜਾ ਖਰਚਾ ਕਰਕੇ ਵਿਆਹ ਸ਼ਾਦੀਆਂ ਹੋ ਰਹੀਆਂ ਨੇ। ਤੇ ਜੇ ਕਿਤੇ ਇਹੀ ਨਿਯਮ ਮਨੁੱਖ ਸਦਾ ਵਾਸਤੇ ਬਣਾ ਲੈ ਤੇ ਕਦੇ ਵੀ ਇਹਦੇ ਜੀਵਨ ਵਿੱਚ ਦੁੱਖ ਨਾ ਆਉਣ, ਔਖਾ ਨਾ ਹੋਵੇ, ਕਠਿਨਾਈ ਨਾ ਹੋਵੇ। ਇਹ ਲੋੜ ਹੈ ਸਮਝਣ ਦੀ ਵੀ ਕੀ ਸਾਨੂੰ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਹੈ।
ਅਖੀਰ ਵਿੱਚ ਆਖਦੇ ਨੇ ਸਾਧ ਸੰਗਮ ਲਾਭ ਪਾਇਓ, ਨਾਨਕ ਫਿਰ ਨਾ ਮਰੰਦ। ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਬੈਠ ਕੇ ਪਰਮਾਤਮਾ ਦੇ ਨਾਮ ਰੂਪੀ ਲਾਹਾ ਨੂੰ ਪ੍ਰਾਪਤ ਕੀਤਾ, ਇਹ ਨਫਾ ਪ੍ਰਾਪਤ ਕੀਤਾ, ਇਹ ਲਾਹਾ ਖੱਟਿਆ ਪਰਮਾਤਮਾ ਦੇ ਨਾਮ ਦਾ, ਨਾਨਕ ਫਿਰ ਨਾ ਮਰੰਦ, ਫਿਰ ਉਹਨਾਂ ਨੂੰ ਆਤਮਕ ਮੌਤ ਨਹੀਂ ਆਉਂਦੀ। ਤੇ ਜਿਨ੍ਹਾਂ ਨੇ ਕਦੇ ਨਾਮ ਹੀ ਨਹੀਂ ਜਪਿਆ, ਸਮਝੋ ਆਤਮਕ ਮੌਤੇ ਮਰੇ ਹੋਏ ਨੇ। ਆਖਾਂ ਜੀਵਾਂ ਵਿਸਰੈ ਮਰ ਜਾਊਂ। ਸਾਹਿਬ ਜੀ ਕਹਿੰਦੇ ਜੇ ਮੈਂ ਪਰਮਾਤਮਾ ਦਾ ਨਾਮ ਜਪਦਾ ਵਾਂ, ਆਤਮਕ ਜੀਵਨ ਜਿਉਣਾ ਏ, ਤੇ ਜੇ ਥੋੜੇ ਤੋਂ ਥੋੜਾ ਸਮਾਂ ਵੀ ਕਦੇ ਪਰਮਾਤਮਾ ਦੀ ਯਾਦ ਵਿਸਰੇ ਤੇ ਮੈਨੂੰ ਇਦਾਂ ਲੱਗਦਾ ਹੈ ਕਿ ਮੇਰੀ ਆਤਮਕ ਮੌਤ ਹੋ ਗਈ ਹੈ। ਸੋ ਭਾਈ, ਗੁਰੂ ਦੇ ਦਰ ਤੇ ਅਸੀਂ ਜਿੱਥੇ ਹੋਰ ਪਦਾਰਥ ਮੰਗਦੇ ਹਾਂ ਉੱਥੇ ਨਾਮ ਦੀ ਦਾਤ ਵੀ ਮੰਗੀਏ, ਨਾਲ ਅਰਦਾਸ ਕਰੀਏ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤੈ ਲਿਓ ਉਬਾਰ। ਸਮਸਤ ਸੰਸਾਰ ਨੂੰ ਕਰੋਨਾ ਦੀ ਮਹਾਂਮਾਰੀ ਤੋਂ ਬਚਾ ਕੇ ਆਉਣ ਵਾਲੇ ਸਮੇਂ ਵਿੱਚ ਖੁਸ਼ੀਆਂ ਭਰਿਆ ਜੀਵਨ ਬਖਸ਼ੋ। ਸਰਬੱਤ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰੋ। ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਸਮੂਹ, ਗ੍ਰੰਥੀ, ਸੇਵਾਦਾਰ ਸਟਾਫ, ਜਿਹੜੇ ਬੜੇ ਪਿਆਰ ਦੇ ਨਾਲ ਸੇਵਾ ਨਿਭਾ ਰਹੇ ਨੇ। ਇੱਕ ਦਿਨ ਵੀ ਨਾਗਾ ਨਹੀਂ ਪਾਇਆ, ਹਰ ਦਿਨ ਪੂਰੀ ਇਮਾਨਦਾਰੀ ਤਨਦੇਹੀ ਦੇ ਨਾਲ ਡਿਊਟੀ ਨਿਭਾਈ। ਸਤਿਗੁਰੂ ਇਸੇ ਤਰ੍ਹਾਂ ਆਪਣੀ ਸੇਵਾ ਲਵੇ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।